ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਪਿਛਲੇ ਕੁਝ ਘੰਟਿਆਂ ਦੌਰਾਨ ਮੀਂਹ ਪੈਣ ਦੀ ਖਬਰ ਪ੍ਰਾਪਤ ਨਹੀਂ ਹੋਈ, ਯਾਨੀ ਕਿ ਜੇਕਰ ਅਸੀਂ ਪਿਛਲੇ 48 ਘੰਟਿਆਂ ਦੇ ਵੱਲ ਦੇਖਦੇ ਹਾਂ ਤਾਂ ਪੰਜਾਬ ਦੇ ਵਿੱਚ ਚੋਖਾ ਮੀਂਹ ਪਿਆ। ਪਰ ਜੇਕਰ ਪਿਛਲੇ 24 ਘੰਟਿਆਂ ਦੇ ਵਿੱਚ ਦੇਖਦੇ ਹਾਂ ਤਾਂ ਪੰਜਾਬ ਦੇ ਵਿੱਚ ਮੌਸਮ ਠੀਕ ਰਿਹਾ। ਇਸ ਵਕਤ ਅਸਮਾਨ ਆ ਜਿਹੜਾ ਬਿਲਕੁਲ ਸਾਫ਼ ਸੁਥਰਾ ਤੇ ਜਿਸ ਤਰੀਕੇ ਨਾਲ ਮੀਂਹ ਪੈਣ ਤੋਂ ਬਾਅਦ ਗਰਦ ਲਹਿ ਗਈ ਆ ਤੇ ਉਹਦੇ ਨਾਲ ਲੋਕਾਂ ਨੂੰ ਥੋੜੀ ਜਿਹੀ ਰਾਹਤ ਮਹਿਸੂਸ ਹੋਈ ਹੈ, ਕਿਉਂਕਿ ਲੋਕ ਲਗਾਤਾਰ ਬਿਮਾਰੀਆਂ ਦੇ ਲੜ ਲੱਗ ਰਹੇ ਸੀਗੇ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਦਿਨ ਦੇ ਵੇਲੇ ਸਾਫ਼ ਰਹਿਣਾ, ਮੱਠੀ ਮੱਠੀ ਧੁੱਪ ਨਿਕਲਣੀ ਆ ਜਿਹੜੀ ਕਿ ਹੁਣ ਚੁੱਭਦੀ ਬਿਲਕੁਲ ਨਹੀਂ, ਤੇ ਰਾਤ ਨੂੰ ਠੰਡ ਹੋਰ ਵਧਣੀ ਆ। ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਸੀਤ ਲਹਿਰ ਹੈ ਜਿਹੜੀ ਉਹ ਜ਼ੋਰ ਹੌਲੀ ਹੌਲੀ ਹੁਣ ਫੜਨਾ ਸ਼ੁਰੂ ਕਰ ਚੁੱਕੀ ਹੈ। ਇਸ ਕਰਕੇ ਸਭ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਆ। ਆਪਣੀ ਤੇ ਆਪਣਿਆਂ ਦੀ ਸਿਹਤ ਦਾ ਖਿਆਲ ਰੱਖੋ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਏ ਇੱਕ ਨਵੇਂ ਉਬਾਲ ਦੇ ਨਾਲ ਸੰਬੰਧਿਤ ਹੈ। ਆਪਾਂ ਜਾਣਦੇ ਹਾਂ ਕਿ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਹੋਰਾਂ ਦੀ ਲੋਕ ਇਨਸਾਫ ਪਾਰਟੀ ਹੈ ਜਿਹੜੀ ਉਹਨੇ ਹੁਣ ਤੱਕ ਪੰਜਾਬ ਦੇ ਬਹੁਤ ਵੱਡੇ ਮੁੱਦੇ ਚੁੱਕੇ ਆ। ਆਪਾਂ ਇਹ ਵੀ ਜਾਣਦੇ ਹਾਂ ਕਿ ਸਮੇਂ ਦੇ ਉੱਤੇ ਭਾਵੇਂ ਸਿਮਰਜੀਤ ਬੈਂਸ ਹੋਰਾਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਆ, ਪਰ ਇਸ ਦੇ ਬਾਵਜੂਦ ਉਹਨਾਂ ਨੇ ਆਪਣੇ ਘਰ ਦੇ ਵਿੱਚ ਸੁਵਿਧਾ ਸੈਂਟਰ ਬਣਾਇਆ। ਇਸ ਦੇ ਬਾਵਜੂਦ ਉਹ ਲੋਕਾਂ ਦੇ ਕੰਮ ਸਰਗਰਮੀ ਦੇ ਨਾਲ ਕਰਦੇ ਆ, ਜਿਹਦੇ ਕਰਕੇ ਆਜ਼ਾਦ ਤੌਰ ਦੇ ਉੱਤੇ ਵੀ ਜਿੱਤਣ ਦੇ ਵਿੱਚ ਉਹ ਕਾਮਯਾਬ ਹੋ ਜਾਂਦੇ ਆ। ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ 16 ਤਰੀਕ ਤੋਂ ਪੰਜਾਬ ਅਧਿਕਾਰ ਯਾਤਰਾ ਸ਼ੁਰੂ ਕੀਤੀ ਹੈ, ਇਹ 19 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਜਾ ਕੇ ਮੁੱਕਣੀ ਆ। 21 ਲੱਖ ਤੋਂ ਵੱਧ ਲੋਕਾਂ ਨੇ ਦਸਤਖਤਾਂ ਵਾਲੀ ਇੱਕ ਪਟੀਸ਼ਨ ਆ ਜਿਹੜੀ ਵਿਧਾਨ ਸਭਾ ਦੇ ਵਿੱਚ ਦਾਖਲ ਕਰਨੀ ਆ ਤੇ ਪੰਜਾਬ ਦੇ ਪਾਣੀ ਦਾ ਮੁੱਲ ਲਿਆ ਜਾਵੇ ਰਾਜਸਥਾਨ ਤੋਂ, ਦਿੱਲੀ ਤੋਂ, ਹਰਿਆਣੇ ਤੋਂ, ਤੇ ਜਾਂ ਫਿਰ ਇੱਧਰਲਾ ਪਾਣੀ ਉੱਧਰ ਜਾਣਾ ਬੰਦ ਕੀਤਾ ਜਾਵੇ, ਕਿਉਂਕਿ ਪੰਜਾਬ ਦੇ ਕੋਲੇ ਪਾਣੀ ਦੇ ਸੋਮੇ ਲਗਾਤਾਰ ਮੁੱਕੀ ਜਾਂਦੇ ਆ। ਪੰਜਾਬ ਦਾ ਪਾਣੀ ਲਗਾਤਾਰ ਮੁੱਕਦਾ ਜਾ ਰਿਹਾ ਤੇ ਪੰਜਾਬ ਦਾ ਪਾਣੀ ਇੱਦਾਂ ਮੁਫਤ ਦੇ ਭਾਅ ਦੇ ਵਿੱਚ ਨਹੀਂ ਦੇਣਾ ਚਾਹੀਦਾ। ਲੋਕ ਇਨਸਾਫ ਪਾਰਟੀ ਦੀ ਪੰਜਾਬ ਅਧਿਕਾਰ ਯਾਤਰਾ ਇਸ ਗੱਲ ਨੂੰ ਸਮਰਪਿਤ ਹੈ। ਪਰ ਇਸੇ ਦਰਮਿਆਨ ਜਿਹੜੀ ਵੱਡੀ ਖਬਰ ਆਈ ਹੈ ਜਿਹਨੇ ਸਭ ਨੂੰ ਹੈਰਾਨ ਕਰ ਦਿੱਤਾ, ਜਿਹਦੇ ਬਾਬਤ ਜਾਣ ਕੇ ਮੈਂ ਵੀ ਭੁਚੱਕਾ ਰਹਿ ਗਿਆ, ਸ਼ਾਇਦ ਤੁਸੀਂ ਵੀ ਸਾਰੇ ਰਹੇ ਹੋਵੋ, ਕਿ ਇੱਕ ਔਰਤ ਦੇ ਵੱਲੋਂ ਮੀਡੀਆ ਦੇ ਮੂਹਰੇ ਆ ਕੇ ਇਹ ਗੱਲ ਕਹੀ ਗਈ ਹੈ ਕਿ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਕਾਫੀ ਲੰਮਾ ਸਮਾਂ ਮੇਰਾ ਸਰੀਰਕ ਸ਼ੋਸ਼ਣ ਕੀਤਾ ਗਿਆ, ਮੇਰੇ ਨਾਲ ਜਬਰ ਜਨਾਹ ਕੀਤਾ ਗਿਆ। ਉਸ ਔਰਤ ਦੇ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਕ, ਹਾਲਾਂਕਿ ਦੋਸ਼ ਲਾਉਣੇ ਤੇ ਦੋਸ਼ ਸਾਬਤ ਹੋਣੇ ਇਹ ਵੱਖੋ ਵੱਖਰੀਆਂ ਗੱਲਾਂ, ਪਰ ਸਾਡੇ ਭਾਰਤੀ ਸਮਾਜ ਦੇ ਵਿੱਚ ਬਹੁਤੇ ਲੋਕ ਦੋਸ਼ ਲੱਗਣ ਨੂੰ ਦੋਸ਼ੀ ਮੰਨ ਬੈਂਦੇ ਆ, ਜਦ ਕਿ ਦੋਸ਼ੀ ਹੋਣਾ ਇੱਕ ਵੱਖਰੀ ਗੱਲ ਹੈ। ਉਸ ਤੋਂ ਪਹਿਲਾਂ ਮੁਲਜ਼ਮ ਸ਼ਬਦ ਵਰਤਿਆ ਜਾਂਦਾ, ਉਹ ਦੋਸ਼ੀ ਨਹੀਂ ਹੁੰਦਾ। ਪਰ ਜਿਸ ਤਰੀਕੇ ਦੇ ਨਾਲ ਲਾਏ ਗਏ ਦੋਸ਼ ਹੈ ਉਹਦੇ ਮੁਤਾਬਕ ਔਰਤ ਨੇ ਗੱਲ ਕਹੀ ਹੈ ਕਿ ਇੱਕ ਘਰ ਦਾ ਮਾਮਲਾ, ਤੇ ਮੈਂ ਘਰ ਦੇ ਮਾਮਲੇ ਦੇ ਵਿੱਚ ਸਿਮਰਜੀਤ ਬੈਂਸ ਹੋਰਾਂ ਦੇ ਸੰਪਰਕ ਦੇ ਵਿੱਚ ਆਈ। ਉਹਨਾਂ ਦੇ ਵੱਲੋਂ ਮੇਰੇ ਘਰ ਨੂੰ ਵੀ ਆ ਜਿਹੜਾ ਉਹ ਖੁਰਦ-ਬੁਰਦ ਕਰ ਦਿੱਤਾ ਗਿਆ, ਉਹਦੇ ਵਿੱਚੋਂ ਪੈਸੇ ਟਕੇ ਖਾ ਲਏ ਗਏ ਤੇ ਉਸ ਤੋਂ ਬਾਅਦ ਮੇਰਾ ਉਹਨਾਂ ਨੇ ਸਰੀਰਕ ਸ਼ੋਸ਼ਣ ਵੀ ਕੀਤਾ। ਹਾਲਾਂਕਿ ਉਸ ਔਰਤ ਦੇ ਮੂਹਰੇ ਵੀ ਹੁਣ ਲੋਕ ਸਵਾਲ ਕਰ ਰਹੇ ਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਕਮੈਂਟ ਆ ਰਹੇ ਆ ਕਿ ਜਦੋਂ ਸ਼ੋਸ਼ਣ ਹੁੰਦਾ ਸੀ ਉਸ ਵਕਤ ਕਿਉਂ ਨਾ ਆਪਾਂ ਗੱਲ ਬਿਆਨ ਕੀਤੀ, ਤੇ ਹੁਣ ਕਾਰਨ ਕੀ ਹੈ, ਇਹਦੇ ਵਿੱਚ ਕੀ ਅਸੀਂ ਕਾਰਨ ਮੰਨੀਏ ਕਿ ਕਿਸੇ ਰਾਜਨੀਤਿਕ ਪਾਰਟੀ ਦੇ ਵੱਲੋਂ ਇਹ ਕੁਝ ਕਰਵਾਇਆ ਗਿਆ, ਜਾਂ ਔਰਤ ਸੱਚੀ ਹੈ, ਜਾਂ ਫਿਰ ਬੈਂਸ ਭਰਾ ਸੱਚੇ ਆ। ਇਹ ਤਾਂ ਪੜਤਾਲ ਦਾ ਵਿਸ਼ਾ ਹੈਗਾ ਤੇ ਪੜਤਾਲ ਤੋਂ ਬਾਅਦ ਗੱਲ ਖੁੱਲ੍ਹ ਕੇ ਸਾਹਮਣੇ ਆਉਣੀ ਆ। ਪਰ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇਸ ਤੋਂ ਪਹਿਲਾਂ ਕਦੇ ਮੇਰੇ ਉੱਤੇ ਬਿਜਲੀ ਚੋਰੀ ਦਾ ਦੋਸ਼ ਲੱਗਦਾ, ਕਦੇ ਮੇਰੇ ਕੋਲੇ ਟੈਕਸ ਚੋਰੀ ਦਾ ਦੋਸ਼ ਲੱਗਦਾ, ਕਦੇ ਮੇਰੇ ਉੱਤੇ ਕੋਈ ਦੋਸ਼ ਤੇ ਕਦੇ ਮੇਰੇ ਉੱਤੇ ਕੋਈ ਦੋਸ਼, ਹੁਣ ਇਹ ਔਰਤ ਵਾਲਾ ਦੋਸ਼ ਵੀ ਲੱਗਾ। ਉਹਨਾਂ ਨੇ ਕਿਹਾ ਜੀ ਕਿ ਅਸੀਂ ਪਾਕ ਸਾਫ਼ ਹੋ ਕੇ ਇਸ ਦੋਸ਼ ਦੇ ਵਿੱਚੋਂ ਵੀ ਬਾਹਰ ਨਿਕਲਾਂਗੇ। ਅਸੀਂ ਕਿਸੇ ਔਰਤ ਨਾਲ ਕੋਈ ਜ਼ਿਆਦਤੀ ਨਹੀਂ ਕੀਤੀ, ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ। ਰਾਜਨੀਤਿਕ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਦੀ ਪਿੱਠ ਲਵਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾਂਦਾ ਹੈ, ਜਦ ਕਿ ਇਹ ਗੱਲ ਬਹੁਤ ਮਾੜੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਲੁਧਿਆਣੇ ਦੀ ਇੱਕ ਵਿਧਵਾ ਔਰਤ ਨੇ ਜਬਰ ਜਨਾਹ ਕਰਨ ਦੇ ਦੋਸ਼ ਲਾਏ ਨੇ। ਇਸ ਔਰਤ ਨੇ ਕਿਹਾ ਕਿ ਪ੍ਰਾਪਰਟੀ ਡੀਲਰ ਪਾਸੋਂ ਇੱਕ ਮਕਾਨ 18 ਲੱਖ ਰੁਪਏ ਦੇ ਵਿੱਚ ਖਰੀਦਿਆ ਸੀ, ਜਿਹਦੇ ਵਿੱਚ 11 ਲੱਖ ਰੁਪਈਆ ਨਕਦ ਦਿੱਤਾ ਤੇ 10 ਲੱਖ ਰੁਪਈਏ ਦਾ ਬੈਂਕ ਤੋਂ ਕਰਜ਼ ਲਿਆ ਸੀ। 1,25,000 ਰੁਪਇਆ ਲੋਨ ਕਰਾਉਣ ਦੇ ਨਾਂ ਦੇ ਉੱਤੇ ਖਾ ਗਏ ਉਹ ਲੋਕ। ਘਰ ਲੈਣ ਤੋਂ ਬਾਅਦ 1 ਮਹੀਨੇ ਮਗਰੋਂ ਮੇਰੇ ਪਤੀ ਦਾ ਬਿਮਾਰੀ ਦੇ ਕਾਰਨ ਦੇਹਾਂਤ ਹੋ ਗਿਆ, ਘਰ ਦੀ ਮਾਲੀ ਹਾਲਤ ਵਿਗੜ ਗਈ ਤੇ ਇੱਕ ਦਿਨ ਬੈਂਕ ਵਾਲਿਆਂ ਨੂੰ ਮੇਰੇ ਘਰ ਤੇ ਕੰਮ ਵਾਲੀ ਜਗ੍ਹਾ ਦੇ ਉੱਤੇ ਕਿਸ਼ਤ ਲੈਣ ਵਾਸਤੇ ਸੁਖਚੈਨ ਨਾਂ ਦੇ ਵਿਅਕਤੀ ਨੇ ਭੇਜ ਦਿੱਤਾ। ਉਸ ਔਰਤ ਨੇ ਕਿਹਾ ਕਿ ਜਦੋਂ ਉਹ ਸਿਮਰਜੀਤ ਬੈਂਸ ਦੇ ਕੋਲੇ ਫਰਿਆਦ ਲੈ ਕੇ ਗਈ ਤਾਂ ਬੈਂਸ ਵੱਲੋਂ ਦਫ਼ਤਰ ਦੇ ਵਿੱਚ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ ਗਿਆ। ਪੀੜਤਾ ਨੇ ਦੋਸ਼ ਲਾਇਆ ਕਿ ਬੈਂਸ ਦੇ ਵੱਲੋਂ ਕਈ ਵਾਰ ਜਬਰ ਜਨਾਹ ਕੀਤਾ ਗਿਆ। ਪੀੜਤਾ ਨੇ ਕਿਹਾ ਕਿ ਬੈਂਸ ਦੇ ਘਰ ਨੇੜੇ ਇੱਕ ਭਾਬੀ ਹੈ ਤੇ ਉਸ ਦੇ ਘਰ ਵੀ ਬੈਂਸ ਦੇ ਵੱਲੋਂ ਜਬਰ ਜਨਾਹ ਕੀਤਾ ਗਿਆ। ਇਸ ਔਰਤ ਨੇ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ ਦਰਮਿਆਨ
ਉਸ ਦੀ ਮੁਲਾਕਾਤ ਇੱਕ ਰੈਲੀ ਦੇ ਵਿੱਚ ਬੈਂਸ ਨਾਲ ਹੋਈ ਸੀ ਤੇ ਉਸ ਨੇ ਬੈਂਸ ਨੂੰ ਆਪਣੀ ਹੱਡਬੀਤੀ ਦੱਸੀ। ਬੈਂਸ ਨੇ ਉਸ ਨੂੰ ਦਫ਼ਤਰ ਦੇ ਵਿੱਚ ਬੁਲਾਇਆ ਤੇ ਕਿਹਾ ਕਿ ਉਹ ਆਪਣੇ ਘਰ ਦੀਆਂ ਚਾਬੀਆਂ ਸੁਖਚੈਨ ਨੂੰ ਦੇ ਦੇਵੇ, ਉਹ ਮਕਾਨ ਨੂੰ ਵੇਚ ਕੇ ਪੈਸੇ ਦੇ ਦੇਵੇਗਾ। ਜਿਸ ਤੇ ਉਸਨੇ ਮਕਾਨ ਦੀਆਂ ਚਾਬੀਆਂ ਉਸ ਨੂੰ ਦੇ ਦਿੱਤੀਆਂ ਤੇ ਸੁਖਚੈਨ ਨੇ ਮੈਨੂੰ ਮਕਾਨ ਕਿਰਾਏ ਦੇ ਉੱਤੇ ਲੈ ਦਿੱਤਾ। ਉਸ ਤੋਂ ਬਾਅਦ ਸੁਖਚੈਨ ਸਿੰਘ ਨੇ ਉਹ ਮਕਾਨ ਕਿਸੇ ਹੋਰ ਨੂੰ ਵੇਚ ਦਿੱਤਾ ਤੇ ਮੇਰੇ ਕੋਲੋਂ ਰਜਿਸਟਰੀ ਕਰਵਾ ਲਈ ਤੇ ਮੈਨੂੰ 4,50,000 ਰੁਪਏ ਨਕਦ ਦਿੱਤੇ ਤੇ 60 ਗਜ਼ ਦਾ ਪਲਾਟ ਕੱਚੀ ਲਿਖਤ ਕਰਕੇ ਜੱਸੋਵਾਲ ਦੇ ਦਿੱਤਾ, ਜਿਸ ਦਾ ਵਿਰੋਧ ਕੀਤਾ। ਕੁਝ ਸਮੇਂ ਬਾਅਦ ਜਦੋਂ ਮੈਂ ਸੁਖਚੈਨ ਤੋਂ ਪੈਸੇ ਮੰਗੇ ਤਾਂ ਉਹਨੇ ਸਾਫ਼ ਇਨਕਾਰ ਕਰ ਦਿੱਤਾ। ਬੈਂਸ ਦੇ ਕਹਿਣ ਦੇ ਉੱਤੇ ਸੁਖਚੈਨ ਨੇ 5,000 ਰੁਪਏ ਦਿੱਤਾ। ਇਸ ਔਰਤ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੀ ਇੱਕ ਵਾਰਡ ਪ੍ਰਧਾਨ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨੇ ਵੀ ਕਿਹਾ ਕਿ ਬੈਂਸ ਦੀ ਗੱਲ ਮੰਨਦੀ ਰਹੇਗੀ ਤਾਂ ਡੀਲਰ ਦੇ ਕੋਲੋਂ ਪੈਸੇ ਮਿਲਦੇ ਰਹਿਣਗੇ। ਦੂਜੇ ਪਾਸੇ ਸਿਮਰਜੀਤ ਬੈਂਸ ਨੇ ਕਿਹਾ ਕਿ ਮੇਰੇ ਉੱਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਨੇ। ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਹੋਏ ਕਿਹਾ ਕਿ ਜਿਸ ਦਿਨ ਅਸੀਂ ਪੰਜਾਬ ਅਧਿਕਾਰ ਯਾਤਰਾ ਸ਼ੁਰੂ ਕਰਦੇ ਹਾਂ ਉਸੇ ਦਿਨ ਇਹਨਾਂ ਨੂੰ ਸ਼ਿਕਾਇਤ ਦੀ ਗੱਲ ਸੁਝਦੀ ਹੈ। ਉਹਨਾਂ ਕਿਹਾ ਕਿ ਸਰਕਾਰ ਬੈਂਸ ਨੂੰ ਕਦੇ ਚਿੱਟਾ ਵੇਚਣ ਵਾਲਿਆਂ ਨਾਲ ਜੋੜ ਦਿੰਦੀ ਹੈ, ਝੂਠੇ ਮੁਕੱਦਮੇ ਦੇ ਕੇ ਅੰਦਰ ਸੁੱਟ ਦਿੱਤਾ ਜਾਂਦਾ ਹੈ, ਕਦੇ ਟੈਕਸ ਚੋਰ ਆਖਿਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਮੇਰਾ ਅਕਸ ਖਰਾਬ ਕਰਨ ਵਾਸਤੇ ਇਹ ਦੋਸ਼ ਲਾਏ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ। ਲੋਕ ਇਨਸਾਫ ਪਾਰਟੀ ਦੀ ਚੜ੍ਹਤ ਤੋਂ ਘਬਰਾ ਕੇ ਅਜਿਹੀ ਘਟੀਆ ਹੱਥਕੰਡੇ ਵਰਤੇ ਜਾ ਰਹੇ ਨੇ। ਉਹਨਾਂ ਨੇ ਇਸ ਔਰਤ ਦੇ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਮੁਤਲਕ ਕਿਹਾ ਕਿ ਇਹ ਸਿਰਫ ਤੇ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਗੱਲ ਹੈ, ਇਹਦੇ ਵਿੱਚ ਸੱਚਾਈ ਨਾਂ ਦੀ ਕੋਈ ਵੀ ਚੀਜ਼ ਨਹੀਂ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਉੱਤੇ ਜਿਹੜੇ ਦੋਸ਼ ਲੱਗੇ ਆ ਇਹਨਾਂ ਦੋਸ਼ਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਇਹ ਬਿਲਕੁਲ ਗਲਤ ਹੈਗੇ ਆ, ਇਹ ਆਉਣ ਵਾਲੇ ਵਕਤ ਨੇ ਪੜਤਾਲ ਨੇ ਸਾਰਾ ਕੁਝ ਸਹੀ ਸਾਬਤ ਕਰਨਾ। ਕਿਉਂਕਿ ਇਸ ਵਕਤ ਜਿਸ ਤਰੀਕੇ ਨਾਲ ਔਰਤ ਦੇ ਵੱਲੋਂ ਦੂਸ਼ਣਬਾਜ਼ੀ ਤੇ ਦੋਸ਼ ਲਾਏ ਗਏ ਆ, ਉਹਨੇ ਇਹ ਗੱਲ ਕਹੀ ਆ ਕਿ ਮੇਰਾ ਕਈ ਵਾਰ ਜਬਰ ਜਨਾਹ ਹੋਇਆ। ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਮਿਲੀ ਸੀ, ਹਾਲਾਂਕਿ 1.5 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਚੋਣਾਂ ਹੋਈਆਂ ਨੂੰ ਵੀ। ਉਸ ਤੋਂ ਬਾਅਦ ਹੁਣ ਤੱਕ ਔਰਤ ਦੇ ਵੱਲੋਂ ਨਹੀਂ ਬੋਲਿਆ ਗਿਆ ਤੇ ਹੁਣ ਉਸ ਔਰਤ ਦੇ ਵੱਲੋਂ ਜਦੋਂ ਖੁਲਾਸੇ ਕੀਤੇ ਗਏ ਆ ਤਾਂ ਉਹਦੇ ਉੱਤੇ ਇੱਕ ਸਵਾਲ ਜ਼ਰੂਰ ਉੱਠ ਰਿਹਾ ਕਿ ਜਦੋਂ ਵੀ ਤੁਹਾਡੇ ਨਾਲ ਪਹਿਲੀ ਵਾਰ ਜ਼ਬਰਦਸਤੀ ਹੋਈ ਤੁਸੀਂ ਉਦੋਂ ਮੀਡੀਆ ਦੇ ਮੂਹਰੇ ਕਿਉਂ ਨਾ ਆਏ, ਤੁਸੀਂ ਉਦੋਂ ਪੁਲਿਸ ਦੇ ਮੂਹਰੇ ਕਿਉਂ ਨਾ ਗਏ। ਚਲੋ ਪਹਿਲੀ ਵਾਰ ਵੀ ਮਜਬੂਰੀ ਮੰਨ ਲਈ, ਦੂਜੀ ਵਾਰ ਜਦੋਂ ਆਈ ਤੇ ਫਿਰ ਕਿਉਂ ਨਾ ਇਹ ਗੱਲ ਹੋਈ, ਤੀਜੀ ਵਾਰ ਜਦੋਂ ਜਬਰ ਜਨਾਹ ਹੋਇਆ ਫਿਰ ਕਿਉਂ ਨਾ ਇਹ ਗੱਲ ਹੋਈ, ਚੌਥੀ ਵਾਰ ਜਦੋਂ ਜਬਰ ਜਨਾਹ ਹੋਇਆ ਇਹ ਫਿਰ ਕਿਉਂ ਨਾ ਗੱਲ ਹੋਈ ਤੇ 1.5 ਸਾਲ ਜਾਂ ਸਾਲ ਦਾ ਸਮਾਂ ਨਿਕਲਣ ਤੋਂ ਬਾਅਦ ਹੀ ਇਹ ਸਾਰੇ ਕਿਉਂ ਮਸਲੇ ਸਾਹਮਣੇ ਆਏ ਆ। ਸੋ ਇਸ ਮਾਮਲੇ ਦੇ ਉੱਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਲੁਧਿਆਣੇ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਟੀਮ ਦਾ ਗਠਨ ਕਰਕੇ ਤੇ ਪੜਤਾਲ ਦਾ ਸਿਲਸਿਲਾ ਸ਼ੁਰੂ ਕਰਵਾ ਦਿੱਤਾ ਗਿਆ। ਹੁਣ ਇਹ ਵਕਤ ਬਿਆਨ ਕਰੂਗਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਵੀ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈ ਵੀ ਜਾਂ ਫਿਰ ਨਹੀਂ। ਜੇ ਤਾਂ ਸੱਚਾਈ ਹੈ ਤੇ ਸਬੂਤਾਂ ਦੇ ਸਮੇਤ ਪਤਾ ਲੱਗਦਾ ਫਿਰ ਤਾਂ ਜੋ ਆਮ ਲੋਕਾਂ ਨੂੰ ਸਜ਼ਾ ਮਿਲਦੀ ਹੈ ਤੇ ਉਹ ਸਿਮਰਜੀਤ ਸਿੰਘ ਬੈਂਸ ਨੂੰ ਵੀ ਮਿਲਣੀ ਚਾਹੀਦੀ ਹੈ। ਪਰ ਜੇਕਰ ਇਹਦੇ ਵਿੱਚ ਸੱਚਾਈ ਨਹੀਂ ਲੱਭਦੀ ਤਾਂ ਫਿਰ ਦੋਸ਼ ਲਾਉਣ ਵਾਲੇ ਵਿਅਕਤੀ ਦੇ ਉੱਤੇ, ਇਸ ਔਰਤ ਦੇ ਉੱਤੇ ਵੀ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਭਾਰਤ ਦੇ ਵਿੱਚ ਇਹ ਇੱਕ ਇਹੋ ਜਿਹਾ ਮੁੱਦਾ ਬਣ ਚੁੱਕਿਆ ਵੀ ਬਹੁਤ ਸਾਰੇ ਕੇਸ ਮੀਡੀਆ ਦੇ ਵਿੱਚ ਇਹੋ ਜਿਹੇ ਆਉਂਦੇ ਆ ਜਿਹੜੇ ਲੋਕਾਂ ਦੇ ਉੱਤੇ ਬੀਤਦੀ ਆ, ਅਸਲ ਦੇ ਵਿੱਚ ਉਹੀ ਦਰਦ ਕਹਾਣੀ ਜਾਣਦੇ ਆ। ਕਿਸੇ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਆ, ਕਈ ਵਾਰ ਮਰਦ ਦੇ ਵੱਲੋਂ ਕੀਤੀ ਜ਼ਿਆਦਤੀ ਦੇ ਕਰਕੇ ਤੇ ਕਈ ਵਾਰ ਔਰਤ ਦੇ ਵੱਲੋਂ ਲਾਏ ਗਏ ਝੂਠਾਂ ਦੇ ਕਰਕੇ, ਦੋਸ਼ਾਂ ਦੇ ਕਰਕੇ। ਸੋ ਇਸ ਕਰਕੇ ਇਸ ਮਾਮਲੇ ਦੀ ਤਹਿ ਤੱਕ ਜਾਣਾ ਬੇਹੱਦ ਜ਼ਰੂਰੀ ਹੈ। ਪਰ ਫਿਰ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਜਦੋਂ ਵੀ ਕਿਸੇ ਨਾਲ ਕੋਈ ਜ਼ਿਆਦਤੀ ਹੁੰਦੀ ਹੈ ਉਹਨੂੰ ਉਸੇ ਵਕਤ ਮੀਡੀਆ ਦੇ ਮੂਹਰੇ ਆ ਕੇ, ਉਹਨੂੰ ਉਸੇ ਵਕਤ ਪੁਲਿਸ ਦੇ ਕੋਲੇ ਜਾ ਕੇ ਸਾਂਝੀ ਕਰਨੀ ਚਾਹੀਦੀ ਹੈ। ਉਸ ਬੰਦੇ ਦਾ ਸੱਚ ਹੈ ਜਿਹੜਾ ਉਹ ਨੰਗਾ ਕਰਨਾ ਚਾਹੀਦਾ। ਇਸ ਤੋਂ ਪਹਿਲਾਂ ਵੀ ਜੇਕਰ ਅਤੀਤ ਦੇ ਵੱਲ ਝਾਤ ਮਾਰਦੇ ਆ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਜਿਹੜੀਆਂ ਕਿ ਹੈਰਾਨ ਕਰ ਗਈਆਂ। ਪੰਜਾਬੀ ਗਾਇਕੀ ਦੇ ਵਿੱਚ ਵੀ ਕੁਝ ਕਿਹੋ ਜਿਹੇ ਮਸਲੇ ਸਾਹਮਣੇ ਆਏ ਆ ਕਿ 10 ਸਾਲ ਇੱਕ ਬੰਦਾ ਇੱਕ ਔਰਤ ਦੇ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਦਾ ਰਿਹਾ। ਹੁਣ ਇਸ ਗੱਲ ਦੀ ਕਦੇ ਕਦੇ ਸਮਝ ਨਹੀਂ ਪੈਂਦੀ ਕਿ 10 ਸਾਲ ਜਬਰ ਜਨਾਹ ਹੁੰਦਾ ਰਿਹਾ, ਫਿਰ ਉਸ ਤੋਂ ਬਾਅਦ ਸਹਿਮਤੀ ਵੀ ਬਣ ਜਾਂਦੀ ਹੈ, ਸਮਝੌਤਾ ਹੋ ਜਾਂਦਾ, ਉਹ ਜਿਸ ਮਰਜ਼ੀ ਰੂਪ ਦੇ ਵਿੱਚ ਹੁੰਦਾ ਹੋਵੇ। ਸੋ ਕਹਿਣ ਦਾ ਭਾਵ ਇਹ ਹੈ ਕਿ ਅੰਦਰ ਖਾਤੇ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਚੱਲਦੀਆਂ, ਪਰ ਰਾਜਨੀਤਿਕ ਲੋਕੀਆਂ ਜਿਹੜੇ ਉਹ ਭਾਵੇਂ ਕੋਈ ਕਾਂਗਰਸ ਪਾਰਟੀ ਦਾ ਨੇਤਾ ਹੋਵੇ ਤਾਂ ਬਾਕੀਆਂ ਨੂੰ ਮੌਕੇ ਮਿਲ ਜਾਂਦੇ ਆ, ਕੋਈ ਅਕਾਲੀ ਦਲ ਦਾ ਹੋਵੇ ਤਾਂ ਬਾਕੀ ਸ਼ਰੀਕਾਂ ਨੂੰ ਮੌਕੇ ਮਿਲ ਜਾਂਦੇ ਆ। ਹੁਣ ਬੈਂਸ ਦੇ ਉੱਤੇ ਇਸ ਤਰ੍ਹਾਂ ਦੀ ਗਾਜ ਡਿੱਗੀ ਆ, ਉਹ ਇਸ ਮਾਮਲੇ ਦੇ ਵਿੱਚੋਂ ਕਿਵੇਂ ਉੱਭਰ ਕੇ ਸਾਹਮਣੇ ਆਉਂਦੇ ਇਹ ਵਕਤ ਬਿਆਨ ਕਰੂਗਾ। ਪਰ ਫਿਰ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਸਿਮਰਜੀਤ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਉਹਨਾਂ ਨੇ ਆਪਣੇ ਹਲਕੇ ਦੇ ਲਈ ਤੇ ਪੰਜਾਬ ਦੇ ਮੁੱਦਿਆਂ ਦੇ ਲਈ ਹੁਣ ਤੱਕ ਬਹੁਤ ਸਾਰੇ ਕੰਮ ਕੀਤੇ ਆ। ਇਸ ਮੁੱਦੇ ਨੂੰ ਇੱਕ ਪਾਸੇ ਰੱਖ ਦਿੰਦੇ ਆ, ਇਹਦੇ ਬਾਬਤ ਆਉਂਦੇ ਸਮੇਂ 'ਚ ਸਾਰੀ ਕਹਾਣੀ ਸਮਝ ਆ ਜਾਣੀ ਆ, ਸੱਚ ਆ ਕਿ ਝੂਠ ਹੈ। ਪਰ ਜਿਹੜੇ ਉਹਨਾਂ ਦੇ ਵੱਲੋਂ ਕੰਮ ਕੀਤੇ ਗਏ ਆ ਉਹਨਾਂ ਨੂੰ ਵੀ ਆਪਾਂ ਝੁਠਲਾ ਨਹੀਂ ਸਕਦੇ। ਤੇ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਜੀ ਕਿ ਕੰਮ ਨਹੀਂ ਕੀਤੇ, ਸ਼ਾਇਦ ਉਹਨਾਂ ਨੂੰ ਆਪਣੇ ਹਲਕੇ ਦੇ ਵਿੱਚ ਵੱਧ ਕੰਮ ਕਰਨੇ ਦਿਸਦੇ ਹੋਣ ਵਿਧਾਇਕ, ਉਹ ਸ਼ਾਇਦ ਇਸ ਕਰਕੇ ਵੀ ਕਹਿੰਦੇ ਹੋਣ ਵੀ ਕੰਮ ਇਹਨਾਂ ਦੇ ਵੱਲੋਂ ਨਹੀਂ ਕੀਤੇ ਜਾ ਰਹੇ। ਲੰਘੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਮਾਗਮ ਮਨਾਇਆ ਗਿਆ। ਜਿਹੜਾ ਇਹ ਸ਼ਤਾਬਦੀ ਸਮਾਗਮ ਹੈ
ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਤੇ ਕਰਮਚਾਰੀ ਤਾਂ ਸੀ ਹੀ, ਬਾਕੀ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂ, ਵੱਖ-ਵੱਖ ਸੰਪਰਦਾਵਾਂ ਦੇ ਆਗੂ ਵੀ ਇੱਥੇ ਪਹੁੰਚੇ ਆ। ਅਕਾਲ ਤਖਤ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ ਆ। ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ, ਉਹਨਾਂ ਗੱਲਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਗਿਆਨੀ ਹਰਪ੍ਰੀਤ ਸਿੰਘ ਦਾ ਤਿੱਖਾ ਰੌਂ ਸੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ 1984 ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੇ ਲਈ ਕੇਂਦਰ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ, ਪਰ ਉਦੋਂ ਉਹਨਾਂ ਦੀ ਦਾਲ ਨਹੀਂ ਗਲੀ। ਤੇ ਹੁਣ ਦੀ ਜਿਹੜੀ ਸਰਕਾਰ ਹੈ ਇਹ ਵੀ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਆਪਾਂ ਦਾਲ ਨਹੀਂ ਗਲਣ ਦੇਣੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ EVM ਦੇ ਨਾਲ ਜਿੱਤਣ ਵਾਲੀ ਸਰਕਾਰ ਹੈ ਜਿਹੜੀ, ਇਹ ਆਉਂਦੇ ਸਮੇਂ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਸਮਾਂ ਰਾਜ ਕਰੂਗੀ। ਉਹਨਾਂ ਨੇ ਕਿਹਾ ਕਿ ਇਹ ਕੋਈ ਕੇਂਦਰ ਦੀ ਲੋਕਤੰਤਰਿਕ ਸਰਕਾਰ ਨਹੀਂ ਹੈ, ਇਹ ਤਾਂ EVM ਦੇ ਜ਼ੋਰ ਦੇ ਉੱਤੇ ਜਿੱਤਣ ਵਾਲੀ ਸਰਕਾਰ ਹੈ ਤੇ ਇਹਦਾ ਕੋਈ ਪਤਾ ਨਹੀਂ ਕਿ ਕਿੰਨੀ ਦੇਰ ਤੱਕ ਸਾਡੇ ਉੱਤੇ ਚਮਦੀਆਂ ਚਲਾਵੇ। ਉਹਨਾਂ ਨੇ ਕਿਹਾ ਜੀ ਕਿ ਇਸ ਵਕਤ ਸਾਨੂੰ ਖੱਖੜੀਆਂ ਕਰੇਲੇ ਹੋਣ ਤੋਂ ਬਚਣਾ ਚਾਹੀਦਾ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੇ ਕੁਝ ਕੁ ਸਮੇਂ ਤੋਂ ਸ਼੍ਰੋਮਣੀ ਕਮੇਟੀ ਦਫ਼ਤਰ ਨੂੰ ਤਾਲਾ ਜੜ ਦਿਓ। ਇਹੋ ਜਿਹਾ ਰੁਝਾਨ ਵੀ ਵਧ ਰਿਹਾ ਤੇ ਮੈਂ ਆਪਣੇ ਸਾਰੇ ਹੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਬੇਨਤੀ ਕਰਦਾ। ਉਹਨਾਂ ਨੇ ਕਿਹਾ ਕਿ ਜਦੋਂ ਵੀ ਹੁਣ ਮੌਕਾ ਇਹੋ ਜਿਹਾ ਆਵੇ ਤਾਂ ਫਿਰ ਡਾਂਗਾ ਡੂੰਗਾ ਚੱਕ ਕੇ ਤੇ ਮੌਕੇ ਦੇ ਉੱਤੇ ਪਹੁੰਚ ਜਿਓ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਸ਼ਾਨਾਮਤਾ, ਬਹੁਤ ਸਾਰੇ ਮੋਰਚਿਆਂ 'ਚ ਯੋਗਦਾਨ ਪਾਉਣ ਵਾਲਾ, ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਹੈ। ਇਸ ਕਰਕੇ ਕੋਈ ਤਾਲਾ ਨਾ ਜੜ ਲਵੇ, ਇਸ ਕਰਕੇ ਕਾਇਮ ਹੋ ਕੇ ਰਿਓ। ਮਤਲਬ ਉਹਨਾਂ ਨੇ ਕਿਹਾ ਵੀ ਡੋਲੇ ਡੂਲੇ ਬਣਾ ਕੇ ਰੱਖਿਓ, ਡਾਂਗਾ ਡੂੰਗਾ ਲਿਸ਼ਕਾ ਕੇ ਰੱਖਿਓ, ਲੋੜ ਕਦੇ ਵੀ ਤੇ ਕਿਸੇ ਵੀ ਵਕਤ ਪੈ ਸਕਦੀ ਹੈ। ਤੇ ਉਹਨਾਂ ਦਾ ਇਸ਼ਾਰਾ ਉਸ ਮਸਲੇ ਦੇ ਵੱਲ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਮੂਹਰੇ ਆਪਾਂ ਜਾਣਦੇ ਹਾਂ ਲੰਮਾ ਸਮਾਂ ਸੰਘਰਸ਼ ਚੱਲਦਾ ਰਿਹਾ ਤੇ ਜਿਸ ਤਰੀਕੇ ਦੇ ਨਾਲ ਮੂਹਰੇ ਬੈਠ ਕੇ ਦਫ਼ਤਰ ਦੇ ਤੇ ਪ੍ਰਦਰਸ਼ਨ ਚੱਲਿਆ ਤੇ ਉਸ ਤੋਂ ਬਾਅਦ ਕਈ ਵਾਰ ਤਾਲਾ ਵੀ ਲੱਗਾ। ਉਹਨਾਂ ਨੇ ਇਸ਼ਾਰਾ ਉਧਰਲੇ ਪਾਸੇ ਕੀਤਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਸਮਾਗਮ ਅੰਮ੍ਰਿਤਸਰ ਦੇ ਵਿੱਚ ਮਨਾਇਆ ਗਿਆ। ਸ਼ਤਾਬਦੀ ਸਮਾਗਮ ਦੌਰਾਨ ਵੱਖ-ਵੱਖ ਹਸਤੀਆਂ ਵੱਲੋਂ SGPC ਦੇ ਸ਼ਾਨਾਮਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਭਾਸ਼ਣ ਵਿੱਚ ਕਿਹਾ ਕਿ ਸਮੇਂ-ਸਮੇਂ ਦੇ ਉੱਤੇ SGPC ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਅੱਜ ਫਿਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। 1984 ਦੇ ਵਿੱਚ ਵੀ SGPC ਨੂੰ ਤੋੜਨ ਦਾ ਕੰਮ ਕੀਤਾ ਗਿਆ, ਪਰ ਉਦੋਂ ਦਾਲ ਨਹੀਂ ਗਲੀ। ਅੱਜ ਸਰਕਾਰ SGPC ਨੂੰ ਕਿਉਂ ਤੋੜਨਾ ਚਾਹੁੰਦੀ ਹੈ? ਕਿਉਂਕਿ SGPC ਆਜ਼ਾਦ ਸਟੇਟ ਦਾ ਰੁਤਬਾ ਰੱਖਦੀ ਹੈ, ਇਸ ਲਈ SGPC ਭਾਰਤੀ ਹੁਕਮਰਾਨਾਂ ਦੀਆਂ ਅੱਖਾਂ ਵਿੱਚ ਚੁੱਭਦੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਪਿਛਲੇ ਸਮੇਂ ਦਾ ਜ਼ਿਕਰ ਕਰਦਿਆਂ SGPC ਨੂੰ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਦਾ ਕੱਲੀ-ਕੱਲੀ ਦਾ ਜ਼ਿਕਰ ਕੀਤਾ। 328 ਸਰੂਪਾਂ ਦੇ ਮਾਮਲੇ ਦੇ ਉੱਤੇ ਵਿਸ਼ੇਸ਼ ਤੌਰ ਤੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਕਮੇਟੀ ਬਣਾਈ ਗਈ ਸੀ, ਜਿਸ ਨੇ ਜਾਂਚ ਕਰਨ ਤੋਂ ਬਾਅਦ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਸੌਂਪੀ। ਬਾਅਦ ਦੇ ਵਿੱਚ ਇਹ ਰਿਪੋਰਟ SGPC ਦੀ ਵੈਬਸਾਈਟ ਦੇ ਉੱਤੇ ਪਾਈ ਗਈ। ਜੇ ਕੋਈ ਪੜ੍ਹਨਾ ਚਾਹੁੰਦਾ ਤਾਂ ਪੜ੍ਹ ਸਕਦਾ ਹੈ। ਪਾਵਨ ਸਰੂਪ ਰਿਕਾਰਡ ਦੇ ਵਿੱਚੋਂ ਘਟੇ ਨੇ ਤੇ ਦੋਸ਼ੀ ਮੁਲਜ਼ਮਾਂ ਨੇ ਇਹਨਾਂ ਦੇ ਪੈਸੇ ਖਾਧੇ ਨੇ। ਦੋਸ਼ੀ ਮੁਲਾਜ਼ਮਾਂ ਨੂੰ ਸਜ਼ਾ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਹ ਪ੍ਰਬੰਧਕੀ ਮਾਮਲਾ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਹੈ, ਪਰ ਇਸ ਨੂੰ ਬੇਅਦਬੀ ਦਾ ਮਾਮਲਾ ਬਣਾਇਆ ਜਾ ਰਿਹਾ। ਦੋਸ਼ੀ ਮੁਲਾਜ਼ਮਾਂ ਨੇ ਬੇਈਮਾਨੀ ਕੀਤੀ ਹੈ, ਉਹਨਾਂ ਨੂੰ ਮੁਅੱਤਲ ਕਰਕੇ ਸਜ਼ਾ ਦਿੱਤੀ ਗਈ ਹੈ। ਦਮਦਮੀ ਟਕਸਾਲ ਗੁਟਕਾ ਸਾਹਿਬ ਛਾਪਦੀ ਹੈ ਤੇ ਸੰਗਤ ਨੂੰ ਵੰਡਦੀ ਹੈ। ਕੀ ਦਮਦਮੀ ਟਕਸਾਲ ਦੱਸ ਸਕਦੀ ਹੈ ਕਿ ਕਿੰਨੇ ਸਰੂਪ ਕਿੱਥੇ-ਕਿੱਥੇ ਦਿੱਤੇ ਨੇ? ਇਸੇ ਤਰ੍ਹਾਂ 328 ਸਰੂਪਾਂ ਦੇ ਮਾਮਲੇ ਵਿੱਚ ਮੁਲਾਜ਼ਮਾਂ ਨੇ ਸਰੂਪ ਸੰਗਤ ਨੂੰ ਦਿੱਤੇ ਨੇ, ਪਰ ਇਹ ਨਹੀਂ ਦੱਸਿਆ ਕਿ ਕਿੱਥੇ ਦਿੱਤੇ ਨੇ। ਜਥੇਦਾਰ ਨੇ ਕਿਹਾ ਕਿ ਜੋ ਲੋਕ ਗੁਰੂ ਘਰਾਂ ਦੇ ਦਰਾਂ ਦੇ ਉੱਤੇ ਤਲਵਾਰਾਂ ਲਹਿਰਾ ਰਹੇ ਨੇ, ਉਹ ਦੁਨੀਆ ਭਰ ਦੇ ਵਿੱਚ ਸਿੱਖੀ ਨੂੰ ਬਦਨਾਮ ਕਰ ਰਹੇ ਨੇ। SGPC ਦੇ ਗੇਟਾਂ ਨੂੰ ਤਾਲੇ ਮਾਰਨ ਦੀ ਘਟਨਾ ਦੇ ਉੱਤੇ ਜਥੇਦਾਰ ਨੇ ਸਖਤੀ ਵਾਲੇ ਲਹਿਜੇ ਵਿੱਚ ਕਿਹਾ, ਜੇ ਭਵਿੱਖ ਦੇ ਵਿੱਚ ਕਿਸੇ ਨੇ ਤਾਲੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ SGPC ਦੇ ਪੁੱਤ ਹੋਣ ਦੇ ਨਾਤੇ ਘਰਾਂ ਵਿੱਚ ਨਾ ਬੈਠੇ ਰਿਓ, ਅੰਮ੍ਰਿਤਸਰ ਸਾਹਿਬ ਦੇ ਵੱਲ ਵਹੀਰਾਂ ਕੱਤ ਕੇ ਆਇਓ ਤਾਂ ਜੋ SGPC ਦੇ ਗੇਟਾਂ ਨੂੰ ਕੋਈ ਤਾਲੇ ਨਾ ਮਾਰ ਸਕੇ। ਜਥੇਦਾਰ ਨੇ ਕਿਹਾ ਕਿ ਅੱਜ ਹਿੰਦੁਸਤਾਨ ਦੇ ਵਿੱਚ ਲੋਕਤੰਤਰਕ ਸਰਕਾਰ ਨਹੀਂ ਹੈ, ਇਹ EVM ਦੇ ਰਾਹੀਂ ਸੱਤਾ ਦੇ ਉੱਤੇ ਕਾਬਜ਼ ਹੋਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100 ਸਾਲ ਹੋ ਗਿਆ ਸਥਾਪਨਾ ਦੇ ਵਿੱਚ ਆਇਆ, ਯਾਨੀ ਕਿ 100 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ। ਪਰ ਇਹ ਜੇਕਰ ਅਸੀਂ ਪਿਛਾਂਹ ਨੂੰ ਝਾਤ ਮਾਰਦੇ ਹਾਂ ਤਾਂ ਬਹੁਤ ਕੁਝ ਖੁਲਾਸਿਆਂ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ। ਇੱਕ ਉਹ ਵੇਲਾ ਸੀ ਜਦੋਂ ਸੁੰਦਰ ਸਿੰਘ ਮਜੀਠੀਆ ਪ੍ਰਧਾਨ ਹੁੰਦੇ ਸੀ, ਇੱਕ ਉਹ ਵੇਲਾ ਸੀ ਜਦੋਂ ਮਾਸਟਰ ਤਾਰਾ ਸਿੰਘ ਹੋਰੀ ਪ੍ਰਧਾਨ ਹੁੰਦੇ ਸੀ। ਪਰ ਸਮੇਂ ਦੇ ਨਾਲ ਅੱਜ ਇਹੋ ਜਿਹੇ ਮੁਕਾਮ ਦੇ ਉੱਤੇ SGPC ਪਹੁੰਚ ਗਈ ਹੈ ਜਿੱਥੇ ਬਾਕੀ ਅਦਾਰਿਆਂ ਦੇ ਵਾਂਗੂ ਉਹਦੇ ਉੱਤੇ ਵੀ 100 ਕਿਸਮ ਦੇ ਦੋਸ਼ ਲੱਗਦੇ ਆ। ਇੱਕ ਵੇਲਾ ਸੀ ਜਦੋਂ SGPC ਦੇ ਖਿਲਾਫ ਇੱਕ ਸ਼ਬਦ ਬੋਲਣ ਲੱਗਾ ਬੰਦਾ 100 ਵਾਰ ਸੋਚਦਾ ਸੀ। ਅੱਜ 100 ਸ਼ਬਦ ਮੂੰਹ ਦੇ ਵਿੱਚੋਂ ਆਪ ਮੁਹਾਰੇ ਨਿਕਲਦਾ ਤੇ ਬੰਦਾ ਇੱਕ ਵਾਰ ਵੀ ਨਹੀਂ ਸੋਚਦਾ, ਕਿਉਂਕਿ ਪਤਾ ਉਹਨੂੰ ਕਿ ਇੱਥੋਂ ਦੇ ਕੰਮ ਕਿਹੋ ਜਿਹੇ ਆ। ਆਪਾਂ ਇਹ ਵੀ ਗੱਲ ਜਾਣਦੇ ਹਾਂ ਕਿ ਸ਼੍ਰੋਮਣੀ ਕਮੇਟੀ ਨੇ ਕਈ ਅਦਾਰੇ ਚਲਾਏ ਆ, ਜਿਹੜੇ ਕੰਮ ਕੀਤੇ ਆ ਲੋਕਾਂ ਦੇ ਪੈਸੇ ਨਾਲ, ਦਾਨ ਦੇ ਨਾਲ, ਗੁਰੂ ਦੀ ਗੋਲਕ ਦੇ ਵਿੱਚੋਂ ਉਹਦੀ ਸਿਫਤ ਵੀ ਕਰਨੀ ਬਣਦੀ ਆ। ਪਰ ਕਦੇ ਇੱਥੇ ਘਿਓ ਦਾ ਘਪਲਾ, ਕਦੇ ਇੱਥੇ ਮੁਲਾਜ਼ਮਾਂ ਦੀਆਂ ਲੜਾਈਆਂ,
ਕਦੇ ਇੱਥੇ ਕੋਈ ਇਹੋ ਜਿਹਾ ਕਾਰਨਾਮਾ ਹੋ ਜਾਂਦਾ ਜਿਹਦਾ ਅਸੀਂ ਇੱਥੇ ਜ਼ਿਕਰ ਨਹੀਂ ਕਰ ਸਕਦੇ। ਕਦੇ ਇੱਥੇ ਪ੍ਰਧਾਨ ਸਾਹਿਬ ਚੁਣਨ ਦੇ ਲਈ ਤੇ ਉੱਤੋਂ ਆਉਂਦੇ ਜਿਹੜੇ ਹੁਕਮ ਆ, ਕਦੇ ਜਥੇਦਾਰ ਬੋਝਾਂ ਦੇ ਵਿੱਚੋਂ ਨਿਕਲਦੇ ਇਹੋ ਜਿਹੇ ਦੋਸ਼ ਲਿਫਾਫਿਆਂ ਦੇ ਵਿੱਚੋਂ ਨਿਕਲਣ ਦੀ ਗੱਲ, ਇਹਨਾਂ ਗੱਲਾਂ ਦੇ ਕਰਕੇ ਰਾਜਨੀਤਿਕ ਪਾਰਟੀਆਂ ਦੇ ਦਬਦਬੇ ਦੇ ਕਰਕੇ, ਇੱਕ ਵਿਸ਼ੇਸ਼ ਪਾਰਟੀ ਦੇ ਨਾਲ ਨੇੜਤਾ ਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਅਕਸ ਜਿੰਨਾ ਖਰਾਬ ਕਰ ਲਿਆ। ਇਹਨੂੰ ਸੁਧਾਰਨ ਦੇ ਲਈ ਵਿਗਾੜਨ ਨਾਲੋਂ ਵੀ 3 4 5 ਗੁਣਾ ਨਹੀਂ ਸਗੋਂ 100 ਗੁਣਾ ਵੱਧ ਮਿਹਨਤ ਕਰਨੀ ਪੈਣੀ ਆ। ਜਥੇਦਾਰ ਸਾਹਿਬ ਨੇ ਜਿਹੜੀਆਂ ਗੱਲਾਂ ਅੱਜ ਕਹੀਆਂ ਇਹ ਲੋਕਾਂ ਦੇ ਮੂੰਹ ਜ਼ਬਾਨੀ ਆਪੇ ਨਿਕਲਦੀਆਂ, ਪਰ ਹੁਣ ਕਦੇ ਕਦੇ ਇਉਂ ਲੱਗਦਾ ਵੀ ਜਥੇਦਾਰ ਸਾਹਿਬ ਜਿੰਨਾ ਤੱਤਾ ਹੁਣ ਬੋਲੇ ਆ ਕੇਂਦਰ ਦੀ ਸਰਕਾਰ ਦੇ ਬਾਰੇ, ਇਹਨਾਂ ਤੱਤਾ ਸ਼ਾਇਦ ਉਹ ਨਾ ਬੋਲਦੇ ਜੇਕਰ ਅਕਾਲੀ ਦਲ ਤੇ ਭਾਜਪਾ ਗੱਠਜੋੜ ਅੱਜ ਵੀ ਬਰਕਰਾਰ ਹੁੰਦਾ। ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੋ ਰਿਹਾ ਕਿ ਇਹਨਾਂ ਤੱਤਾ ਬੋਲਣ ਦਾ ਹੁਣ ਕੀ ਕਾਰਨ ਹੈਗਾ। ਕਿਤੇ ਇਹਦੇ ਪਿੱਛੇ ਇਹ ਵਜ੍ਹਾ ਤਾਂ ਨਹੀਂ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ, ਕਿਤੇ ਇਹਦੇ ਪਿੱਛੇ ਇਹ ਤਾਂ ਵਜ੍ਹਾ ਨਹੀਂ ਕਿ ਹੁਣ ਅਕਾਲੀ ਦਲ ਦੀ ਭਾਜਪਾ ਨਾਲੋਂ ਸਾਂਝ ਟੁੱਟ ਚੁੱਕੀ ਹੈ। ਲੋਕਾਂ ਦੇ ਮਨਾਂ ਦੇ ਇਹ ਸਵਾਲ ਹੈਗੇ ਆ। ਸੋ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਾਂ ਭਾਵੇਂ ਸਹੀ ਕਹੀਆਂ, ਪਰ ਇਹਨਾਂ ਗੱਲਾਂ ਨੂੰ ਕਹਿਣ ਦਾ ਮੌਕਾ ਕਦੋਂ ਆਇਆ ਇਹਦੇ ਉੱਤੇ ਸਵਾਲ ਜ਼ਰੂਰ ਉੱਠਦੇ ਆ। ਸੋ ਆਪਾਂ ਜਾਣਦੇ ਹਾਂ ਕਿ ਸ਼੍ਰੋਮਣੀ ਕਮੇਟੀ ਨੂੰ ਬਹੁਤ ਕੁਝ ਸੁਧਾਰਨ ਦੀ ਲੋੜ ਆ। ਅਰਬਾਂ ਰੁਪਈਏ ਦਾ ਬਜਟ ਹੋਵੇ ਤੇ ਇਸ ਦੇ ਬਾਵਜੂਦ ਬਹੁਤ ਸਾਰੇ ਕੰਮ ਆ ਜਿਹੜੇ ਅਧੂਰੇ ਪਏ ਹੋਣ, ਬਹੁਤ ਸਾਰੇ ਕੰਮਾਂ ਦੇ ਵਿੱਚੋਂ ਧਾਂਦਲੀਆਂ ਆਉਂਦੀਆਂ ਹੁਣ ਨਜ਼ਰ, ਤੇ ਜਿਵੇਂ ਕਿ ਰਾਜਨੀਤਿਕ ਪਾਰਟੀਆਂ ਦੇ ਵਿੱਚ ਹੁੰਦਾ, ਜਿਵੇਂ ਕਿ ਬਾਕੀ ਅਦਾਰਿਆਂ ਦੇ ਵਿੱਚ ਹੁੰਦਾ, ਉਵੇਂ ਹੀ ਖਬਰਾਂ ਇੱਥੋਂ ਆਉਂਦੀਆਂ ਕਿ ਜੇਕਰ ਆਹ ਪ੍ਰਧਾਨ ਬਣ ਗਿਆ ਇਹਨੇ ਪਿਛਲੇ ਪ੍ਰਧਾਨ ਦੇ ਗਰੁੱਪ ਨੂੰ ਸਾਈਡ ਦੇ ਉੱਤੇ ਕਰ ਦੇਣਾ, ਜੇਕਰ ਉਹ ਜਥੇਦਾਰ ਬਣ ਗਿਆ ਤਾਂ ਉਹਨੇ ਇਹਦੇ ਬੰਦੇ ਪਰੇ ਕਰ ਦੇਣੇ ਆ। ਇਹੋ ਜਿਹੀਆਂ ਖਬਰਾਂ ਬਹੁਤ ਸਾਰੀਆਂ ਆਉਂਦੀਆਂ ਜਿਹਦੇ ਕਰਕੇ SGPC ਦੇ ਕੰਮਕਾਜ ਦੇ ਤਰੀਕਿਆਂ ਦੇ ਉੱਤੇ ਬਹੁਤ ਵੱਡੇ ਸਵਾਲ ਉੱਠੇ ਆ ਤੇ ਕਿਸੇ ਨੇ ਬਾਹਰੋਂ ਆ ਕੇ ਨਹੀਂ ਚੁੱਕੇ, ਇਹ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੇ ਕਰਕੇ ਹੀ ਉੱਠੇ ਆ। ਸੋ ਇਸ ਵਕਤ ਇਮਾਨਦਾਰੀ ਦੀ ਵੀ ਲੋੜ ਆ। ਗੁਰੂ ਦੀ ਗੋਲਕ ਦੇ ਵਿੱਚ ਗਏ ਹੋਏ ਇੱਕ ਰੁਪਈਏ ਨੂੰ, ਇੱਕ ਪੈਸੇ ਨੂੰ ਸਹੀ ਥਾਂ ਦੇ ਉੱਤੇ ਵਰਤਣ ਦੀ ਵੀ ਲੋੜ ਹੈ। ਰਾਜਨੀਤਿਕ ਲੋਕਾਂ ਦੇ ਝੋਲੀ ਚੱਕ ਬਣਨਾ ਛੱਡ ਕੇ ਤੇ ਜੇਕਰ ਅਸੀਂ ਗੁਰੂ ਸਾਹਿਬਾਨ ਦੇ ਵੱਲੋਂ ਦਰਸਾਏ ਗਏ ਮਾਰਗ ਦੇ ਉੱਤੇ ਚੱਲਣ ਦਾ ਅਹਿਦ ਕਰੀਏ ਫਿਰ ਸਾਰੇ ਮਸਲੇ ਹੱਲ ਹੋ ਜਾਣੇ ਆ। ਪਰ ਇਹ ਸਾਰਾ ਕੁਝ ਕਦੋਂ ਹੋਊਗਾ ਜਾਂ ਨਹੀਂ ਹੋਊਗਾ ਇਹ ਵਕਤ ਬਿਆਨ ਕਰੂਗਾ। ਦਿੱਲੀ ਦੇ ਵਿੱਚ ਇੱਕ ਵਾਰ ਫਿਰ ਲੋਕਡਾਊਨ ਲੱਗਣ ਦੀ ਪੂਰੀ ਸੰਭਾਵਨਾ ਨਜ਼ਰ ਆ ਰਹੀ ਹੈ, ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਮਿਤ ਸ਼ਾਹ ਜਿਹੜੇ ਕਿ ਭਾਰਤ ਦੇ ਗ੍ਰਹਿ ਵਿਭਾਗ ਦੇ ਮੰਤਰੀ ਆ, ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਹਾਲਾਤ ਦੇ ਮੱਦੇਨਜ਼ਰ ਦਿੱਲੀ ਦੇ ਭੀੜ ਭਰੇ ਬਾਜ਼ਾਰਾਂ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਜੇਕਰ ਲੋਕਡਾਊਨ ਲਾ ਦਿੱਤਾ ਜਾਵੇ ਤਾਂ ਇਹਦੇ ਨਾਲ ਅਸੀਂ ਆਉਂਦੇ ਸਮੇਂ ਦੇ ਵਿੱਚ ਬਚਾਅ ਕਰ ਸਕਦੇ ਆ। ਉਹਨਾਂ ਨੇ ਇਹ ਗੱਲ ਤਾਂ ਕਰਕੇ ਕਹੀ ਆ ਕਿਉਂਕਿ ਦਿੱਲੀ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਇੱਕਦਮ ਫਿਰ ਵਧਣ ਲੱਗ ਪਈ ਹੈ। ਹਾਲਾਂਕਿ ਇਹ ਉਸ ਵੱਡੇ ਪੱਧਰ ਦੇ ਉੱਤੇ ਤਾਂ ਨਹੀਂ ਹੈਗੀ, ਪਰ ਜਿਸ ਤਰੀਕੇ ਦੇ ਨਾਲ ਕਰਮਵਾਰ ਅੱਗੇ ਤੋਂ ਅੱਗੇ ਕਰੋਨਾ ਪੀੜਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਤੇ ਜੇਕਰ ਦਿੱਲੀ ਯਾਨੀ ਕਿ ਦੇਸ਼ ਦੀ ਰਾਜਧਾਨੀ ਵਿੱਚ ਫਿਰ ਇੱਕ ਵਾਰੀ ਲੋਕਡਾਊਨ ਲੱਗਦਾ ਤਾਂ ਇਹਦਾ ਪੂਰੇ ਭਾਰਤ ਦੇ ਵਿੱਚ ਸਮੇਤ ਪੰਜਾਬ ਦੇ ਕੋਈ ਚੰਗਾ ਅਸਰ ਨਹੀਂ ਜਾਣਾ। ਮਤਲਬ ਇਹ ਆ ਵੀ ਲੋਕਾਂ ਦੇ ਵਿੱਚ ਸਹਿਮ ਦਾ ਪਸਾਰਾ ਫਿਰ ਹੋਣਾ ਤੇ ਪੰਜਾਬ ਦੇ ਵਿੱਚ ਵੀ ਕਰੋਨਾ ਪੀੜਤਾਂ ਦੀ ਗਿਣਤੀ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ। ਲਗਾਤਾਰ ਪੰਜਾਬ ਦੇ ਵਿੱਚ ਹੌਲੀ ਮੌਤ ਦਰ ਫਿਰ ਵਧਣੀ ਸ਼ੁਰੂ ਹੋਈ ਹੈ। 42 ਦਿਨਾਂ ਤੋਂ ਬਾਅਦ ਪੰਜਾਬ ਦੇ ਵਿੱਚ ਇੱਕਦਮ ਵੱਡੀ ਗਿਣਤੀ 'ਚ ਕੇਸ ਆਉਣ ਲੱਗ ਪਏ ਆ। ਸੋ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਵਾਇਰਸ ਦੇ ਕੇਸ ਵਧਣ ਲੱਗੇ ਨੇ, ਜਿਸ ਕਰਕੇ ਦਿੱਲੀ ਦੇ ਮੁੱਖ ਬਾਜ਼ਾਰ ਬੰਦ ਕੀਤੇ ਜਾ ਸਕਦੇ ਨੇ। ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ। ਕੇਜਰੀਵਾਲ ਨੇ ਡਿਜੀਟਲ ਪ੍ਰੈਸ ਕਾਨਫਰੰਸਿੰਗ ਦੇ ਵਿੱਚ ਕਿਹਾ ਕਿ ਜੇਕਰ ਕਰੋਨਾ ਦੇ ਕੇਸ ਵਧਦੇ ਰਹੇ ਤੇ ਰੋਕ ਨਾ ਲੱਗੀ ਤਾਂ ਦਿੱਲੀ ਦੇ ਪ੍ਰਮੁੱਖ ਬਾਜ਼ਾਰਾਂ ਨੂੰ ਕੁਝ ਸਮੇਂ ਵਾਸਤੇ ਬੰਦ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ 21 ਜੂਨ ਨੂੰ ਵਿਭਾਗ ਨੇ ਸੂਖਮ ਪੱਧਰ ਦੇ ਉੱਤੇ ਕੰਟੇਨਮੈਂਟ ਜ਼ੋਨ ਬਣਾਉਣ ਦੀ ਗੱਲ ਕੀਤੀ ਸੀ। ਉਧਰ ਦਿੱਲੀ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਤੇਜ਼ੀ ਨਾਲ ਵਧਾ ਦਿੱਤੀ ਹੈ। ਹੁਣ ਇੱਕ ਵਾਰ ਫਿਰ ਦਿੱਲੀ ਦੇ ਵਿੱਚ ਕਰੋਨਾ ਦੇ ਮਰੀਜ਼ ਵੱਧ ਰਹੇ ਨੇ ਤੇ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਵੀ ਇਸੇ ਤਰ੍ਹਾਂ ਵੱਧ ਰਹੀ ਹੈ। ਪਿਛਲੇ 19 ਦਿਨਾਂ ਦੇ ਵਿੱਚ ਦਿੱਲੀ ਦੇ ਅੰਦਰ 1317 ਕੰਟੇਨਮੈਂਟ ਜ਼ੋਨਾਂ ਦੇ ਵਿੱਚ ਵਾਧਾ ਹੋਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਇਹ ਕਹਿਣੀ ਬਣਦੀ ਹੈ ਕਿ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋ ਰਿਹਾ। ਕਈ ਦੇਸ਼ਾਂ ਦੇ ਵਿੱਚ ਭਾਰਤ ਨੂੰ ਛੱਡ ਕੇ ਜੇਕਰ ਗੱਲ ਕਰੀਏ ਤਾਂ ਇੱਕ ਵਾਰ ਫਿਰ ਕਰੋਨਾ ਦੀ ਲਹਿਰ ਆਈ ਹੈ, ਜਿਹਦੇ ਕਰਕੇ ਕਈ ਥਾਵਾਂ 'ਤੇ ਲੋਕਡਾਊਨ ਲੱਗ ਚੁੱਕਿਆ, ਕਈ ਥਾਵਾਂ ਦੇ ਉੱਤੇ ਲੋਕਡਾਊਨ ਕਰਨ ਦੀ ਤਿਆਰੀ ਹੈਗੀ ਹੈ। ਤੇ ਭਾਰਤ ਵਰਗਾ ਦੇਸ਼ ਜਿਹੜਾ ਕਿ ਆਰਥਿਕ ਪੱਖੋਂ ਪਹਿਲਾਂ ਟੁੱਟਿਆ ਪਿਆ, ਜਿਹਦੀ GDP ਇਸ ਵਕਤ ਮਾਈਨਸ ਦੇ ਵਿੱਚ ਚੱਲ ਰਹੀ ਹੈ, ਜਿੱਥੇ ਲੋਕਾਂ ਦੇ ਕੋਲੋਂ ਰੁਜ਼ਗਾਰ ਪਹਿਲਾਂ ਹੀ ਬਹੁਤ ਵੱਡੇ ਪੱਧਰ 'ਤੇ ਖੁੱਸਿਆ, ਜਿੱਥੇ ਕਾਰੋਬਾਰਾਂ ਨੂੰ ਤਾਲੇ ਲੱਗ ਗਏ ਆ, ਜਿੱਥੇ ਜਿਹੜੇ ਗਰੀਬ ਲੋਕ ਆ ਉਹ ਰੋਟੀ ਨੂੰ ਤੇ ਇਲਾਜ ਨੂੰ ਤਰਸ ਰਹੇ ਆ, ਉੱਥੇ ਜੇਕਰ ਇੱਕ ਵਾਰ ਫਿਰ ਕਰੋਨਾ ਦੀ ਮਾਰ ਪੈਣ ਦੇ ਕਰਕੇ ਤੇ ਤਾਲਾਬੰਦੀ ਹੋ ਗਈ ਤਾਂ ਫਿਰ ਸਾਡਾ ਕੀ ਬਣੂਗਾ ਇਹਦੇ ਬਾਬਤ ਅੰਦਾਜ਼ਾ ਲਾਉਣਾ ਔਖਾ ਨਹੀਂ। ਇਸ ਕਰਕੇ ਦਿੱਲੀ ਦੀ ਸਰਕਾਰ ਦੇ ਵੱਲੋਂ ਵੇਲੇ ਸਿਰ ਇਹ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਵਕਤ ਦੱਸੋ ਵੀ ਕੇਸ ਵੱਧਦੇ ਕਿ ਘਟਦੇ ਆ, ਪਰ ਜੇਕਰ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਤਾਂ ਦਿੱਲੀ ਦੇ ਕਈ ਬਾਜ਼ਾਰ ਬੰਦ ਹੋਣਗੇ, ਲੋਕਡਾਊਨ ਲੱਗੂਗਾ। ਤੇ ਪੰਜਾਬ ਦੇ ਵਿੱਚ ਵੀ ਇਹੋ ਜਿਹੀਆਂ ਖਬਰਾਂ ਪ੍ਰਾਪਤ ਹੋ ਰਹੀਆਂ। ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾਂ ਹੀ ਕਿਹਾ ਸੀ ਵੀ ਦੂਜੀ ਲਹਿਰ ਪੰਜਾਬ 'ਚ ਆਉਣ ਦੀ ਸੰਭਾਵਨਾ, ਤੇ ਜਿਵੇਂ ਕੇਸਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋ ਰਿਹਾ
ਤੇ ਹੋ ਸਕਦਾ ਪੰਜਾਬ ਦੇ ਵਿੱਚ ਵੀ ਕੋਈ ਵੱਡਾ ਫੈਸਲਾ ਇਹੋ ਜਿਹਾ ਕੀਤਾ ਜਾਵੇ ਤਾਲਾਬੰਦੀ ਵਾਲਾ, ਹਾਲਾਂਕਿ ਹੁਣੇ ਨਹੀਂ, ਕਿਉਂਕਿ ਕੇਸਾਂ ਦੀ ਰਫ਼ਤਾਰ ਹੌਲੀ ਹੌਲੀ ਵੱਧ ਰਹੀ ਹੈ। ਸੋ ਇਸ ਕਰਕੇ ਅਸੀਂ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ, ਅਸੀਂ ਹਦਾਇਤਾਂ ਦਾ ਪਾਲਣ ਕਰੀਏ ਤੇ ਅਸੀਂ ਜਿਹੜੀਆਂ ਅਣਗਹਿਲੀਆਂ ਵਰਤਣੀਆਂ ਸ਼ੁਰੂ ਕੀਤੀਆਂ ਇਹਨਾਂ ਨੂੰ ਇੱਕਦਮ ਬੰਦ ਕਰਨ ਦੀ ਜ਼ਰੂਰਤ ਹੈ, ਕਿਉਂਕਿ ਸਾਡੀ ਜ਼ਿੰਦਗੀ ਵੀ ਬੜੀ ਕੀਮਤੀ ਹੈ ਤੇ ਸਾਡੇ ਆਪਣਿਆਂ ਦੀ ਜ਼ਿੰਦਗੀ ਵੀ ਬੜੀ ਕੀਮਤੀ ਹੈ। ਅਸੀਂ ਆਪ ਪੀੜਤ ਹੋ ਕੇ ਕਈਆਂ ਹੋਰਨਾਂ ਨੂੰ ਨਾਲ ਲੈ ਡੁੱਬ ਗਏ, ਇਸ ਗੱਲ ਦੇ ਵੱਲ ਖਾਸ ਖਿਆਲ ਕਰਨਾ ਚਾਹੀਦਾ। ਸੋ ਜਾਨ ਹੈ ਤਾਂ ਜਹਾਨ ਹੈ, ਸਭ ਦੀ ਜ਼ਿੰਦਗੀ ਦੀ ਕਦਰ ਕਰਨੀ ਚਾਹੀਦੀ ਹੈ ਤੇ ਜ਼ਿੰਦਗੀ ਜ਼ਿੰਦਾਬਾਦ ਰਹਿਣੀ ਚਾਹੀਦੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।